Good morning students. Today we will start a new topic auditor and valuation. Previous lecture ਦੇ ਵਿੱਚ ਆਪਾਂ ਨੇ ਮੀਨਿੰਗ ਕੀਤਾ ਸੀ ਵੈਰੀਫਿਕੇਸ਼ਨ ਦਾ ਕਿ ਵੈਰੀਫਿਕੇਸ਼ਨ ਕੀ ਹੁੰਦੀ ਹੈ। ਵੈਰੀਫਿਕੇਸ਼ਨ ਦਾ ਮੀਨਸ ਇਹ ਹੁੰਦਾ ਵੀ ਜਿੰਨੇ ਵੀ ਐਸੈਟਸ ਨੇ ਲਾਇਬਿਲਿਟੀਜ਼ ਨੇ ਸ਼ੋ ਕੀਤੇ ਗਏ ਨੇ ਬੈਲੈਂਸ ਸ਼ੀਟ ਦੇ ਵਿੱਚ ਇੱਕ ਆਡੀਟਰ ਨੇ ਆ ਕੇ ਉਹਨਾਂ ਨੂੰ ਕੀ ਕਰਨਾ ਹੈ ਵੈਰੀਫਾਈ ਕਰਨਾ ਐਟ ਦੀ ਐਂਡ ਆਫ ਦੀ ਈਅਰ। ਅਤੇ ਆਪਾਂ ਫਿਰ ਡਿਫਰੈਂਸ ਦੀ ਵੀ ਗੱਲ ਕੀਤੀ ਸੀ ਕਿ ਵਾਚਿੰਗ ਤਾਂ ਕੀ ਹੁੰਦੇ ਨੇ ਡੇ ਟੂ ਡੇ ਟ੍ਰਾਂਜੈਕਸ਼ਨ ਨੂੰ ਚੈੱਕ ਕਰਨਾ ਅਤੇ ਵੈਰੀਫਿਕੇਸ਼ਨ ਕੀ ਹੁੰਦਾ ਵਰਥ ਚੈੱਕ ਕਰਨਾ ਬੈਲੈਂਸ ਸ਼ੀਟ ਦੀ। ਅਤੇ ਜੇ ਆਪਾਂ ਗੱਲ ਕਰੀਏ ਵੈਲੂਏਸ਼ਨ ਦੀ ਤਾਂ ਵੈਲੂਏਸ਼ਨ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਆਡੀਟਰ ਹੈ ਉਸਨੇ ਐਸੈਟਸ ਦੀ ਵੈਲੂਏਸ਼ਨ ਕਰਨੀ ਹੁੰਦੀ ਹੈ, ਐਸੈਟਸ ਦੀ ਵੈਲਿਊ ਨੂੰ ਮੈਜ਼ਰ ਕਰਨਾ ਹੁੰਦਾ ਹੈ। ਜੇ ਤਾਂ ਗੱਲ ਕਰੀਏ ਐਸੈਟਸ ਦੀ, ਐਸੈਟਸ ਨੂੰ ਆਈਡੈਂਟੀਫਾਈ ਕਰਨਾ ਵੈਰੀਫਾਈ ਕਰਨਾ ਤਾਂ ਵੈਰੀਫਿਕੇਸ਼ਨ ਹੈ, ਬਟ ਉਹਨਾਂ ਨੂੰ ਇੱਕ ਨੰਬਰਿੰਗ ਦੇਣਾ, ਉਹਨਾਂ ਨੂੰ ਇੱਕ ਵੈਲਿਊ ਅਸਾਈਨ ਕਰਨਾ ਉਹ ਕੀ ਹੈ ਵੈਲੂਏਸ਼ਨ ਹੈ। ਤਾਂ ਇਹ ਸਾਰਾ ਕੰਮ ਕਿਸ ਨੇ ਕਰਨਾ ਇੱਕ ਆਡੀਟਰ ਨੇ ਕਰਨਾ ਹੈ। ਮੈਥਡਸ ਕਿਹੜੇ ਕਿਹੜੇ ਹੋ ਸਕਦੇ ਨੇ, ਇੱਕ ਜਿਹੜਾ ਆਡੀਟਰ ਉਹ ਐਸੈਟਸ ਨੂੰ ਕਿਸ ਕਿਸ ਤਰ੍ਹਾਂ ਵੈਲਿਊ ਦੇ ਸਕਦਾ, ਵੈਲਿਊ ਕ੍ਰੀਏਟ ਕਰ ਸਕਦਾ ਹੈ। ਫਸਟ ਪੁਆਇੰਟ ਇਜ਼ ਕਾਸਟ ਪ੍ਰਾਈਸ, ਦਾ ਪ੍ਰਾਈਸ ਵਿਚ ਇਜ਼ ਪੇਡ ਫॉर ਐਕੁਆਈਜੇਸ਼ਨ ਆਫ ਐਨ ਐਸੈਟ ਇਟ ਇਜ਼ ਨੋਨ ਐਜ਼ ਕਾਸਟ ਪ੍ਰਾਈਸ। ਕਾਸਟ ਪ੍ਰਾਈਸ ਕੀ ਹੁੰਦਾ ਵੀ ਜਿਹੜੇ ਪ੍ਰਾਈਸ ਦੇ ਉੱਪਰ ਆਪਾਂ ਨੇ ਐਸੈਟਸ ਪਰਚੇਜ਼ ਕੀਤੇ ਨੇ ਉਹ ਹੁੰਦਾ ਇੱਕ ਕਾਸਟ ਪ੍ਰਾਈਸ। ਇੱਕ ਨਾ ਕਨਸੈਪਟ ਆਇਆ ਸੀ ਇਨਫਲੇਸ਼ਨ ਅਕਾਊਂਟਿੰਗ ਦਾ, ਇਹ ਤਾਂ ਆਇਆ ਸੀ ਕਿਉਂਕਿ ਜਿਹੜੀਆਂ ਕਨਸਰਨ ਸੀ ਨਾ ਉਹ ਮੋਸਟਲੀ ਆਪਣੇ ਐਸੈਟਸ ਨੂੰ ਕੀ ਸ਼ੋਅ ਕਰ ਰਹੀਆਂ ਸੀ ਵੀ ਜਿਹੜੀ ਵੈਲਿਊ 'ਤੇ ਲੈ ਕੇ ਆਏ ਸਿਰਫ ਉਸ 'ਤੇ ਸ਼ੋਅ ਕਰ ਰਿਹਾ ਸੀ, ਜਿਹੜਾ ਟਰੈਡੀਸ਼ਨਲ ਮੈਥਡ ਸੀ ਇੱਕ। ਬਟ ਫਿਰ ਇੱਕ ਆਈ ਟੈਕਨੀਕ ਇਨਫਲੇਸ਼ਨ ਅਕਾਊਂਟਿੰਗ, ਇਹਨੇ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਓਵਰਕਮ ਕੀਤਾ। ਕਿਵੇਂ? ਇਸਨੇ ਕੀ ਕਿਹਾ, ਇੱਕ ਕੰਪਨੀਜ਼ ਨੂੰ ਕਿਹਾ ਵੀ ਤੁਸੀਂ ਦੋ ਬੈਲੈਂਸ ਸ਼ੀਟ ਪ੍ਰੀਪੇਅਰ ਕਰਨੀਆਂ ਨੇ, ਇੱਕ ਟਰੈਡੀਸ਼ਨਲ ਬੇਸਿਸ 'ਤੇ ਅਤੇ ਇੱਕ ਇਨਫਲੇਸ਼ਨ ਬੇਸਿਸ 'ਤੇ। ਇਨਫਲੇਸ਼ਨ ਹੁੰਦਾ ਕਰੰਟ ਸਿਨੈਰੀਓ ਕੀ ਚੱਲ ਰਿਹਾ, ਤੁਹਾਡੇ ਐਸੈਟਸ ਦੀ ਕਰੰਟ ਵੈਲਿਊ ਕੀ ਹੈ। ਤਾਂ ਜੇ ਆਪਾਂ ਗੱਲ ਕਰੀਏ ਕਾਸਟ ਮੈਥਡ ਤਾਂ ਸਿਰਫ ਉਹੀ ਵੈਲਿਊ ਦੇ ਉੱਪਰ ਰਿਕਾਰਡ ਕਰ ਦੇਣਾ ਜਿਹੜੇ ਦੇ ਉੱਪਰ ਆਪਾਂ ਲੈ ਕੇ ਆਏ ਹਾਂ ਪਾਸਟ ਦੇ ਵਿੱਚ। ਦੈਨ ਮਾਰਕੀਟ ਵੈਲਿਊ, ਉਸਦਾ ਕਰੰਟ ਮਾਰਕੀਟ ਪ੍ਰਾਈਸ ਕੀ ਹੈ ਉਹਦੇ ਉੱਪਰ ਜਦੋਂ ਆਪਾਂ ਵੈਲਿਊ ਕਰਦੇ ਹਾਂ ਐਸੈਟ ਨੂੰ ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ ਕਰੰਟ ਮਾਰਕੀਟ ਵੈਲਿਊ। ਰੀਪਲੇਸਮੈਂਟ, ਰੀਪਲੇਸਮੈਂਟ ਦਾ ਮਤਲਬ ਕਿ ਵੀ ਆਪਾਂ ਨੇ ਐਸੈਟ ਦੇ ਬਦਲੇ ਕੋਈ ਹੋਰ ਐਸੈਟ ਲੈ ਕੇ ਆਏ ਸੀ ਤਾਂ ਉਹ ਜਿੰਨੀ ਕਾਸਟ ਰਾਈਜ਼ ਹੋਈ ਉਹਨੂੰ ਰਿਪਲੇਸ ਕਰਨ 'ਤੇ ਉਹ ਕਿਹੜੀ ਕਾਸਟ ਹੈ ਰੀਪਲੇਸਮੈਂਟ ਕਾਸਟ ਹੈ। ਬੁੱਕ ਵੈਲਿਊ ਹੋਈ ਹੋਊਗੀ ਗੋਇੰਗ ਕੰਸਰਨ ਬੇਸਿਸ 'ਤੇ, ਕਿਉਂਕਿ ਆਪਣਾ ਮੇਨ ਮੋਟਿਵ ਗੋਇੰਗ ਕੰਸਰਨ ਹੈ, ਬਿਜ਼ਨਸ ਨੂੰ ਲਿਕੁਇਡੇਟ ਜਾਂ ਅਮੈਲਗਮੇਸ਼ਨ ਵਗੈਰਾ ਦਾ ਪਰਪਸ ਆਪਣਾ ਨਹੀਂ ਹੈ। ਤਾਂ ਆਪਾਂ ਇਸ ਨੂੰ ਉਹੀ ਵੈਲਿਊ ਦੇ ਉੱਪਰ ਸ਼ੋਅ ਕਰਾਂਗੇ ਜਿਹਦੇ ਉੱਪਰ ਆਪਾਂ ਲੈ ਕੇ ਆਏ ਹਾਂ। ਦੈਨ ਗੋਇੰਗ ਕੰਸਰਨ ਵੈਲਿਊ ਸੇਮ ਨੇ ਦੋਨੋਂ, ਇਹ ਬੁੱਕ ਵੈਲਿਊ ਅਤੇ ਗੋਇੰਗ ਕੰਸਰਨ ਵੈਲਿਊ, ਬਸ ਡਿਫਰੈਂਸ ਹੈ ਬੁੱਕ ਵੈਲਿਊ ਦੇ ਵਿੱਚ ਆਪਾਂ ਮਾਈਨਸ ਡੈਪਰੇਸ਼ਨ ਕਰ ਦਿੰਦੇ ਹਾਂ, ਗੋਇੰਗ ਕੰਸਰਨ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਕਰਦੇ। ਦੈਨ ਰਿਲਾਈਜ਼ੇਬਲ, ਆਪਾਂ ਨੇ ਐਸੈਟ ਨੂੰ ਸੇਲ ਕਰ ਦਿੱਤਾ, ਕਿੰਨੇ ਰੁਪਏ ਰਿਸੀਵ ਹੋਏ ਕਿ ਆਪਣੀ ਰਿਲਾਈਜ਼ਡ ਵੈਲਿਊ ਹੈ। ਦੈਨ ਸਕ੍ਰੈਪ, ਸਕ੍ਰੈਪ ਹੁੰਦਾ ਫਰੋਮ ਵੈਰੀ ਸਕ੍ਰੈਚ, ਸਕ੍ਰੈਚ ਪੁਆਇੰਟ ਆਫ ਵਿਚ ਜਿਵੇਂ ਗ੍ਰੀਨ ਫੀਲਡ ਸਟ੍ਰੈਟੇਜੀਜ਼, ਬਰਾਊਨ ਫੀਲਡ ਸਟ੍ਰੈਟੇਜੀਜ਼, ਇਹਨਾਂ ਦੇ ਬੇਸਿਸ 'ਤੇ ਜਦੋਂ ਆਪਾਂ ਨੇ ਸਕ੍ਰੈਪ ਵੈਲਿਊ ਮੈਜ਼ਰ ਕਰਦੇ ਹਾਂ ਕੈਸਟ ਦੀ, ਉਸ ਨੂੰ ਆਪਾਂ ਕਹਿ ਸਕਦੇ ਹਾਂ ਸਕ੍ਰੈਪ ਵੈਲਿਊ ਵੈਲੂਏਸ਼ਨ। ਦੈਨ ਬੇਸਿਸ ਆਫ ਵੈਲੂਏਸ਼ਨ, ਓਰੀਜਨਲ ਕਾਸਟ ਚੈੱਕ ਕਰਾਂਗੇ ਆਪਾਂ ਐਸੈਟ ਦੀ, ਵਰਕਿੰਗ ਚੈੱਕ ਕਰਾਂਗੇ, ਵੀਅਰ ਐਂਡ ਟੀਅਰ ਇਟ ਐਕਸਟਰਾ। ਦੈਨ ਡਿਫਰੈਂਸ ਕੀ ਵਾਚਿੰਗ ਵੈਰੀਫਿਕੇਸ਼ਨ ਅਤੇ ਵੈਲੂਏਸ਼ਨ ਦੇ ਵਿੱਚ। ਵਾਚਿੰਗ ਕੀ ਹੁੰਦਾ ਐਂਟਰੀਜ਼ ਨੂੰ ਕੰਪੇਅਰ ਕਰਨਾ, ਵੈਰੀਫਿਕੇਸ਼ਨ ਕੀ ਹੁੰਦਾ ਬੈਲੈਂਸ ਸ਼ੀਟ ਦੇ ਵਿੱਚ ਐਗਜ਼ਿਸਟੈਂਸ ਓਨਰਸ਼ਿਪ ਚੈੱਕ ਕਰਨਾ, ਬਟ ਵੈਲੂਏਸ਼ਨ ਕੀ ਹੁੰਦਾ ਐਸੈਟਸ ਐਂਡ ਲਾਇਬਿਲਿਟੀਜ਼ ਦੀ ਕਰੈਕਟ ਵੈਲਿਊ ਨੂੰ ਸਰਟੀਫਾਈ ਕਰਨਾ। ਦੈਨ ਸਬਜੈਕਟ ਮੈਟਰ, ਵਾਚਿੰਗ ਕਿਸ ਦੇ ਲਈ ਹੁੰਦੀ ਆਪਣੀ ਬੁੱਕਸ ਆਫ ਓਰੀਜਨਲ ਐਂਟਰੀਜ਼ ਦੇ ਲਈ, ਜਦ ਕਿ ਜਿਹੜੇ ਆਪਣੀ ਵੈਰੀਫਿਕੇਸ਼ਨ ਅਤੇ ਵੈਲੂਏਸ਼ਨ ਆਪਾਂ ਕਿਸ ਦੀ ਕਰਦੇ ਐਸੈਟਸ ਐਂਡ ਲਾਇਬਿਲਿਟੀਜ਼ ਦੀ ਕਰਦੇ ਹਾਂ। ਵਾਚਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਸੀਨੀਅਰ ਆਡੀਟਰ ਦੇ ਦੁਆਰਾ ਜਾਂ ਫਿਰ ਕਲਰਕ ਦੇ ਦੁਆਰਾ, ਬਟ ਵੈਰੀਫਿਕੇਸ਼ਨ ਕੀ ਹੈ ਇੱਕ ਟੋਪ ਅਥੋਰਿਟੀ ਦਾ ਕੰਮ ਹੈ। ਦੈਨ ਵਾਚਿੰਗ ਡੇ ਟੂ ਡੇ ਹੁੰਦੀ ਹੈ, ਬਟ ਵੈਰੀਫਿਕੇਸ਼ਨ ਅਤੇ ਵੈਲੂਏਸ਼ਨ ਐਟ ਦੀ ਐਂਡ ਹੁੰਦੀ ਹੈ। ਅਤੇ ਐਵੀਡੈਂਸ ਦਾ ਮੀਨਿੰਗ ਹੈ ਵਾਚਿੰਗ ਦੇ ਵਿੱਚ ਬੋਨਾਫਾਈਡ ਵਾਊਚਰਸ ਹੁੰਦੇ ਨੇ, ਮੀਨਸ ਅਸੈਟਸ ਐਂਡ ਪੇਮੈਂਟਸ ਵਗੈਰਾ ਹੁੰਦੇ ਨੇ, ਬਟ ਵੈਰੀਫਿਕੇਸ਼ਨ ਦੇ ਵਿੱਚ ਕੀ ਹੁੰਦੇ ਡੀਡ ਵਗੈਰਾ ਪੋਸੈਸ਼ਨ ਅਤੇ ਓਨਰਸ਼ਿਪ ਦੀ ਸਾਰਾ ਕੁਛ ਮੈਨਸ਼ਨ ਹੁੰਦਾ ਹੈ। ਦੈਨ ਵੈਰੀਫਿਕੇਸ਼ਨ ਐਂਡ ਵੈਲੂਏਸ਼ਨ ਆਫ ਡਿਫਰੈਂਟ ਐਸੈਟਸ, ਆਪਾਂ ਕਿਹੜੇ ਕਿਹੜੇ ਐਸੈਟਸ ਦੀ ਕਰ ਸਕਦੇ ਹਾਂ ਇਨਟੈਂਜੀਬਲ ਲਾਈਕ ਗੁੱਡਵਿਲ, ਪੇਟੈਂਟ, ਕਾਪੀਰਾਈਟ, ਟ੍ਰੇਡਮਾਰਕ, ਜਿਓਗ੍ਰਾਫਿਕਲ ਇੰਡੀਗਰੇਟਰ, ਟ੍ਰੇਡ ਸੀਕਰੇਟਸ, ਇਟ ਐਕਸਟਰਾ, ਇਹ ਸਾਰੇ ਆਪਣੇ ਕੀ ਹੁੰਦੇ ਨੇਗੇ ਟ੍ਰਿਪਸ ਦੇ ਅੰਡਰ ਆਉਂਦੇ ਨੇ ਜਿਹੜੇ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨੇ, ਇਹਨਾਂ ਦੀ ਆਪਾਂ ਕੀ ਕਰ ਸਕਦੇ ਹਾਂ ਵੈਲੂਏਸ਼ਨ ਕਰਵਾ ਸਕਦੇ ਹਾਂ। ਫਿਕਸਡ ਐਸੈਟ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੈਂਡ ਬਿਲਡਿੰਗ ਵਗੈਰਾ ਹੋ ਗਏ। ਦੈਨ ਇੰਟੈਂਜੀਬਲ ਐਸੈਟਸ, ਗੁੱਡਵਿਲ, ਗੁੱਡਵਿਲ ਕੀ ਹੁੰਦੀ ਹੈ ਆਪਾਂ ਦੋ ਤਰੀਕੇ ਨਾਲ ਗੁੱਡਵਿਲ ਨੂੰ ਕ੍ਰੀਏਟ ਕਰ ਸਕਦੇ ਹਾਂ, ਜਾਂ ਤਾਂ ਆਪਣੀ ਪਰਚੇਜ਼ਡ ਗੁੱਡਵਿਲ ਜਾਂ ਫਿਰ ਸੈਲਫ ਜਨਰੇਟਡ ਗੁੱਡਵਿਲ। ਜੇ ਤਾਂ ਤੁਹਾਡੀ ਸੈਲਫ ਜਨਰੇਟਡ ਗੁੱਡਵਿਲ ਹੈ ਬਿਜ਼ਨਸ ਦੇ ਵਿੱਚ ਤਾਂ ਤੁਹਾਡੀ ਕਾਸਟ ਐਕੁਜੀਸ਼ਨ ਨਿਲ ਹੋ ਜਾਂਦੀ ਹੈ, ਕਿਉਂਕਿ ਤੁਹਾਡੀ ਖੁਦ ਦੀ ਆ ਉਹ। ਜੇ ਤੁਸੀਂ ਉਹਨੂੰ ਕਿਤੋਂ ਐਕਵਾਇਰ ਕਰ ਰਹੇ ਹੋ ਤਾਂ ਇਹਦੀ ਕਾਸਟ ਆਫ ਐਕੁਜੀਸ਼ਨ ਪ੍ਰਾਈਸ ਲੱਗ ਜਾਂਦਾ ਹੈ। ਦੈਨ ਕਾਪੀਰਾਈਟ, ਕਾਪੀਰਾਈਟ ਕੀ ਹੁੰਦਾ ਹੈ ਵੀ ਇੱਕ ਐਕਸਕਲੂਸਿਵ ਲੀਗਲ ਰਾਈਟ ਹੋਣਾ ਜੋ ਸਿਰਫ ਤੁਸੀਂ ਹੀ ਪ੍ਰੋਡਕਟ ਬਣਾ ਸਕਦੇ ਹੋ, ਤਾਂ ਉਸ ਦੀ ਵੀ ਤੁਸੀਂ ਕੀ ਕਰ ਲੈਂਦੇ ਹੋ ਇੱਕ ਆਡੀਟਰ ਤੋਂ ਵੈਲੂਏਸ਼ਨ ਕਰਵਾ ਲੈਂਦੇ ਹੋ। ਦੈਨ ਟ੍ਰੇਡਮਾਰਕ, ਟ੍ਰੇਡਮਾਰਕ ਤੁਹਾਨੂੰ ਪਤਾ ਕਾਪੀਰਾਈਟ, ਪੇਟੈਂਟ, ਟ੍ਰੇਡਮਾਰਕਸ ਵਿੱਚ ਜਨਰਲ ਜਿਹੇ ਆਈਟਮਸ ਨੇਗੀਆਂ। ਦੈਨ ਫਿਕਸਡ ਐਸੈਟਸ ਹੋ ਗਏ, ਲੈਂਡ ਬਿਲਡਿੰਗ, ਜੇ ਤੁਹਾਡਾ
ਮੋਟਿਵ ਗੋਇੰਗ ਕੰਸਰਨ ਬੇਸਿਸ 'ਤੇ ਹੈ ਤਾਂ ਤੁਸੀਂ ਕੋਸਟ 'ਤੇ ਲਗਾਉਂਦੇ ਹੋ। ਜੇ ਤੁਹਾਡਾ ਕੀ ਉਹਨੂੰ ਲਿਕੁਇਡ ਕਰਨਾ, ਤੁਸੀਂ ਕਰੰਟ ਸਿਨੈਰੀਓ ਦੇ ਅਕੋਰਡਿੰਗ ਉਸਨੂੰ ਵੈਲਿਊਡ ਕਰਵਾ ਲੈਂਦੇ ਹੋ। ਦੈਨ ਫਰੀ ਹੋਲਡ ਲੈਂਡ ਵਗੈਰਾ ਦੀ ਹੋਊਗੀ, ਜਾਂ ਫਿਰ ਮੋਰਟਿਸਡ ਪ੍ਰੋਪਰਟੀ। ਮੋਰਟਿਸ ਦਾ ਮੀਨਿੰਗ ਤੁਹਾਨੂੰ ਦੱਸ ਰੱਖਿਆ ਪਹਿਲਾਂ ਹੀ ਕਿ ਕੀ ਹੁੰਦਾ। ਅਤੇ ਦੈਨ ਪਲਾਂਟ ਐਂਡ ਮਸ਼ੀਨਰੀਜ਼ 'ਤੇ ਤੁਸੀਂ ਕੀ ਕਰੋਗੇ, ਵੈਰੀਫਾਈ ਕਰਦੇ ਟਾਈਮ ਨੇਮ ਦੇਖੋਗੇ, ਸਪਲਾਇਰ ਦਾ ਲੋਕੇਸ਼ਨ ਚੈੱਕ ਕਰੋਗੇ, ਪਲਾਂਟ ਦੀ ਪਰਚੇਜ਼ ਪ੍ਰਾਈਸ, ਕੋਸਟ, ਰਿਪੇਅਰ, ਰੀਨਿਊ, ਸਾਰੇ ਐਕਸਪੈਂਸਿਸ ਦੇਖੋਗੇ। ਦੈਨ ਪਲਾਂਟ ਐਂਡ ਮਸ਼ੀਨਰੀ ਦੀ ਵੈਲੂਏਸ਼ਨ ਕਰ ਟਾਈਮ ਆਡੀਟਰ ਕੀ ਕਰੇਗਾ, ਬੈਲੈਂਸ ਸ਼ੀਟ ਦੇ ਵਿੱਚ ਦੇਖੇਗਾ ਵੀ ਕੋਸਟ ਐਟ ਲੈਸ ਡੈਪਰੇਸ਼ਨ ਦੇ ਉੱਪਰ ਹੈ ਜਾਂ ਫਿਰ ਕਰੰਟ ਮਾਰਕੀਟ ਪ੍ਰਾਈਸ ਦੇ ਉੱਪਰ ਸ਼ੋ ਕੀਤਾ ਗਿਆ ਹੈ। ਦੈਨ ਮੋਟਰ ਵਹੀਕਲਸ ਦਾ ਵੀ ਸੇਮ ਪ੍ਰੋਸੀਜਰ ਇਹਨੂੰ ਵੈਲਿਊ ਕਰਨ ਦਾ ਜਾਂ ਫਿਰ ਵੈਰੀਫਾਈ ਕਰਨ ਦਾ। ਦੈਨ ਫਲੋਟਿੰਗ ਐਸੈਟਸ ਹੋ ਗਏ, ਜਿਵੇਂ ਕਰੰਟ ਐਸੈਟਸ, ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ। ਦੈਨ ਆਬਜੈਕਟਿਵਸ ਵੈਰੀਫਿਕੇਸ਼ਨ ਦੇ ਆਪਾਂ ਐਕੂਰੇਟ ਰਿਜ਼ਲਟਸ ਫਾਈਂਡ ਆਊਟ ਕਰ ਸਕਦੇ ਹਾਂ। ਬਿਲਸ ਰਿਸੀਵੇਬਲ ਬੁੱਕਸ ਵਗੈਰਾ ਪ੍ਰੋਪਰ ਸ਼ਡਿਊਲਿੰਗ ਕਰ ਸਕਦੇ ਹਾਂ। ਇਸ ਦੀ ਇੰਡੋਰਸਮੈਂਟ ਵਗੈਰਾ ਦੇ ਪ੍ਰੋਸੀਜਰਸ ਵੈਰੀਫਾਈ ਕਰ ਸਕਦੇ ਹਾਂ। ਜੋ ਕੁਛ ਡਿਸਆਨਰਡ ਹੋਇਆ ਉਸਨੂੰ ਚੈੱਕ ਆਊਟ ਕਰ ਸਕਦੇ ਹਾਂ। ਦੈਨ ਮੈਚੋਰਿਟੀ ਜਾਂ ਫਿਰ ਮੈਚੋਰ ਡੇਟ ਤੋਂ ਪਹਿਲਾਂ ਪ੍ਰਾਈਸ ਵਗੈਰਾ ਦੀ ਆਪਾਂ ਐਡਜਸਟਮੈਂਟ ਕਰ ਸਕਦੇ ਹਾਂ। ਦੈਨ ਆਪਾਂ ਨੈਕਸਟ ਕਲਾਸ ਦੇ ਵਿੱਚ ਕੁਛ ਆਬਜੈਕਟਿਵਸ ਨੇ ਵੈਰੀਫਿਕੇਸ਼ਨ ਦੇ ਆਪਾਂ ਉਹ ਕਰਾਂਗੇ। ਥੈਂਕ ਯੂ।